ਪਸ਼ੂਆਂ ਦੇ ਵਿੱਚ ਜਿਗਿਆਸਾ ਪੈਦਾ ਨਹੀਂ ਹੁੰਦੀ। ਪਸ਼ੂਆਂ ਦੇ ਅੰਦਰ ਜਾਣਨ ਦੀ ਇੱਛਾ ਪੈਦਾ ਨਹੀਂ ਹੁੰਦੀ। ਉਸ ਦਾ ਕਾਰਨ ਹੈ ਪਸ਼ੂਆਂ ਦੇ ਕੋਲ ਇਤਨੀ ਵਿਕਸਿਤ ਬੁੱਧੀ ਨਹੀਂ ਹੈ। ਪਸ਼ੂਆਂ ਦੇ ਅੰਦਰ ਸਿਰਫ ਜਿਗਿਆਸਾ ਹੈ। ਜਿਗਿਆਸਾ ਨਹੀਂ, ਉਹਨਾਂ ਅੰਦਰ ਪਿਆਸ ਹੈ ਪਾਣੀ ਦੀ ਤੇ ਰੋਟੀ ਦੀ, ਬਸ ਇਸ ਤੋਂ ਵੱਧ ਨਹੀਂ। ਉਹ ਇੱਥੋਂ ਤੇ ਹੀ ਸੀਮਿਤ ਰਹਿ ਜਾਂਦੇ ਨੇ। ਖਾਣਾ ਪੀਣਾ ਸੌ ਜਾਣਾ, ਇਹ ਪਸ਼ੂ ਦੀ ਜ਼ਿੰਦਗੀ ਹੈ। ਪਸ਼ੂ ਦੀ ਜ਼ਿੰਦਗੀ ਇਸ ਤੋਂ ਵੱਧ ਨਹੀਂ ਹੈ। ਪਰ ਇੱਕ ਮਨੁੱਖ ਦੀ ਜ਼ਿੰਦਗੀ ਇੱਥੋਂ ਤੇ ਹੀ ਨਹੀਂ ਹੈ। ਉਹਨੂੰ ਜਨਮ ਇੱਥੋਂ ਤੇ ਹੀ ਕਰਕੇ ਨਹੀਂ ਮਿਲਿਆ, ਇਸ ਤੋਂ ਅੱਗੇ ਚੱਲਣਾ ਹੈ। ਪਦਾਰਥ ਮਿਲੇ ਨੇ, ਰੋਟੀ ਮਿਲੀ ਹੈ, ਸਭ ਨੂੰ ਮਿਲੀ ਹੈ। ਪਰਮਾਤਮਾ ਨੇ ਜਿੱਥੇ ਜਿੱਥੇ ਜੀਵ ਪੈਦਾ ਕੀਤੇ ਨੇ, ਉੱਥੇ ਉੱਥੇ ਰੋਟੀ ਵੀ ਉਹਦੀ ਲਿਖੀ ਹੈ। ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ। ਜਿੱਥੇ ਜਿੱਥੇ ਦਾਣੇ ਨੇ, ਉੱਥੇ ਉੱਥੇ ਮਨੁੱਖ ਧੱਕੇ ਨਾਲ ਹੀ ਚਲਾ ਜਾਂਦਾ ਹੈ। ਸਮਾਂ ਉਸ ਨੂੰ ਲੈ ਜਾਂਦਾ ਹੈ, ਉਸ ਦੇ ਕਰਮ ਉਹਨੂੰ ਦਾਣਿਆਂ ਦੇ ਕੋਲ ਲੈ ਜਾਂਦੇ। ਇਹ ਛੋਟੀਆਂ ਛੋਟੀਆਂ ਗੱਲਾਂ ਹਨ। ਇਹਨਾਂ ਤੇ ਮਨੁੱਖ ਦੀ ਜਿਗਿਆਸਾ ਪੈਦਾ ਹੋਏ, ਕਿਉਂਕਿ ਪਰਮਾਤਮਾ ਦੇ ਬਾਰੇ ਜਾਣਨਾ ਹੈ। ਪਹਿਲਾਂ ਤੇ ਉਸ ਦੀ ਮੰਗ ਪੈਦਾ ਹੋਏ, ਮੈਂ ਉਹਦੇ ਬਾਰੇ ਜਾਣਨਾ। ਜੇ ਉਹਦੀ ਇੱਛਾ ਹੀ ਪੈਦਾ ਨਹੀਂ ਹੋਈ, ਫਿਰ ਮਨੁੱਖ ਜਾਣੇਗਾ ਨਹੀਂ। ਮਨੁੱਖ ਉਸੇ ਚੀਜ਼ ਬਾਰੇ ਜਾਣਦਾ ਹੈ, ਉਸੇ ਚੀਜ਼ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਜਿਹੜੀ ਇਸ ਦੇ ਅੰਦਰ ਇੱਛਾ ਹੋਵੇ। ਜੇ ਪਰਮਾਤਮਾ ਦੇ ਜਾਣਨ ਦੀ ਇੱਛਾ ਹੀ ਨਹੀਂ, ਫਿਰ ਇਹ ਸਤ ਸੰਗਤ ਵਿੱਚ ਨਹੀਂ ਬੈਠੇਗਾ, ਗੁਰਬਾਣੀ ਨੂੰ ਸਮਝੇਗਾ ਨਹੀਂ। ਕਿਉਂ? ਸਤ ਸੰਗਤ ਵਿੱਚ ਬੈਠਣਾ ਕਿਉਂ ਹੈ? ਪਰਮਾਤਮਾ ਬਾਰੇ ਪਤਾ ਲੱਗੇ। ਤੇ ਪਰਮਾਤਮਾ ਬਾਰੇ ਤੇ ਜਾਣਨਾ ਹੀ ਨਹੀਂ ਹੈ। ਜੇ ਉਸ ਦੇ ਬਾਰੇ ਜਾਣਨਾ ਹੀ ਨਹੀਂ, ਫਿਰ ਬੈਠਣਾ ਵੀ ਕਿਉਂ ਹੈ? ਫਿਰ ਸਮਝਣਾ ਵੀ ਕਿਉਂ ਹੈ? ਮਨੁੱਖ ਇਸ ਕਰਕੇ ਹੀ ਬੈਠਦਾ ਹੈ, ਉਹਦੇ ਬਾਰੇ ਪਤਾ ਲੱਗੇ। ਕਦੇ ਐਸਾ ਨਾ ਹੋਏ ਮੈਂ ਇਸ ਦੁਨੀਆ ਤੇ ਰਵਾਂ, ਮਨੁੱਖ ਇਸ ਦੁਨੀਆ ਤੇ ਜੀਵੇ ਤੇ ਉਹਦੀ ਪ੍ਰਕਿਰਤੀ ਦੇ ਉਲਟੀ ਕੰਮ ਕਰਦਾ ਰਹੇ, ਐਸਾ ਨਾ ਹੋਏ, ਤਾਂ ਜਾਣਨਾ ਹੈ। ਅੱਜ ਦੀ ਜੋ ਅਸ਼ਟਪਦੀ ਹੈ, ਇਸ ਤੋਂ ਪਹਿਲਾਂ ਇੱਕ ਸ਼ਲੋਕ ਹੈ। ਜਿਹੜਾ ਸ਼ਲੋਕ ਹੁੰਦਾ ਹੈ, ਸਾਰੀ ਅਸ਼ਟਪਦੀ ਫਿਰ ਉਹਦੀ ਵਿਆਖਿਆ ਕਰਦੀ ਹੈ। ਸੁਖਮਨੀ ਸਾਹਿਬ ਦੇ ਜੇ 24 ਸ਼ਲੋਕ ਨੇ, ਫਿਰ 24 ਜਿਹੜੀਆਂ ਅਸ਼ਟਪਦੀਆਂ ਨੇ, ਉਹ ਸਾਰੀਆਂ ਵਿਆਖਿਆ ਨੇ ਸ਼ਲੋਕਾਂ ਦੀਆਂ। ਜਿਵੇਂ ਅੱਜ ਇਹ ਸ਼ਲੋਕ ਹੈ, ਰੂਪ ਨਾ ਰੇਖ ਨਾ ਰੰਗ ਕੇ। ਪਰਮਾਤਮਾ ਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਤੇ ਨਾ ਹੀ ਉਹਦਾ ਕੋਈ ਆਕਾਰ ਹੈ। ਹੁਣ ਤਿੰਨੇ ਚੀਜ਼ਾਂ ਤੇ ਉਹਦੀਆਂ ਨਹੀਂ। ਕਿਸੇ ਚੀਜ਼ ਨੂੰ ਜਾਣਿਆ ਜਾਂਦਾ ਹੈ ਉਹਦੇ ਰੂਪ ਕਰਕੇ, ਕਿਸੇ ਦੀ ਸਿਫਤ ਕੀਤੀ ਜਾਂਦੀ ਹੈ ਉਹਦੇ ਰੂਪ ਕਰਕੇ, ਕਿਸੇ ਚੀਜ਼ ਦੀ ਮਹੱਤਵਤਾ ਹੈ ਉਹਦੀ ਰੇਖਾ ਕਰਕੇ, ਬੜੀ ਵੱਡੀ ਹੈ ਡਾਇਮੈਂਸ਼ਨ ਕਰਕੇ, ਉਹਦੀ ਬੜੀ ਵੱਡੀ ਹੈ ਬੜੀ ਛੋਟੀ ਹੈ ਉਹਦੀ ਰੇਖਾ ਕਰਕੇ। ਕਈ ਜੀਵ ਨੇ ਬੜੇ ਹੀ ਛੋਟੇ ਨੇ, ਕਈ ਬੜੇ ਹੀ ਵੱਡੇ ਨੇ। ਕਈਆਂ ਦੀ ਵੱਡੇ ਕਰਕੇ ਸਿਫਤ ਹੈ, ਕਈਆਂ ਦੀ ਛੋਟੇ ਕਰਕੇ ਵੀ ਸਿਫਤ ਹੈ। ਰੇਖਾ ਜਾਂ ਫਿਰ ਰੇਖਾ ਹੋਏ। ਤੀਜੀ ਗੱਲ ਕਹਿੰਦੇ ਨੇ ਰੰਗ। ਪਹਿਲਾਂ ਰੂਪ ਫਿਰ ਰੰਗ। ਉਸ ਦਾ ਕੋਈ ਰੂਪ ਨਹੀਂ ਹੈ। ਉਹ ਠੋਸ ਹੈ, ਉਹ ਤਰਲ ਹੈ ਕਿ ਉਹ ਗੈਸ ਹੈ, ਇਹ ਨਹੀਂ ਪਤਾ। ਰੂਪ ਹੀ ਨਹੀਂ ਹੈ। ਇਹਨੂੰ ਮਹਾਰਾਜ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਹੈ ਵੀ ਹੈ, ਨਿਰੰਜਨ ਵੀ ਹੈ। ਹੁਣ ਇਹ ਤਿੰਨ ਚੀਜ਼ਾਂ ਨੇ, ਤਿੰਨੇ ਪਰਮਾਤਮਾ ਦੀਆਂ ਨਹੀਂ।
फिर ये तीन चीज़ां ਉਹਦੀਆਂ नहीं हैं। बहुते लोग ये हिसाब लगा जाते शायद वो है ही नहीं। जो तीन चीज़ां ते नहीं, अक्सर ਜਿਹੜੇ नास्तिक ਹੁੰਦੇ ਨੇ ਇੱਕੋ ਹੀ ਗੱਲ ਕਰਦੇ ਨੇ, जे परमात्मा है फिर विखाओ। ਜਿਹੜੀ चीज़ विखदी ही नहीं फिर कहते जे विखदा ही नहीं फिर है नहीं है। वैसे अपने तौर से तो भी ठीक कहते ने, जे परमात्मा विखदा ही नहीं है। ਇਹਦੇ वास्ते एक उदाहरण है, जिमें सूरज ते चढ़िया, सूरज की रोशनी ते आ रही है, एक अंधे वास्ते सूरज नहीं चढ़िया, वो कह सकता है सूरज नहीं है। और वो गलत भी नहीं है, क्यों? उसके अखा ही नहीं, उन्हें कभी वेख्या ही नहीं, वो कह सकता नहीं है। भावें सूरज के चढ़न ते सारी चीज़ां प्रकाशमयी हो गई ने, पर एक अंधा कहता सूरज नहीं है। उसका कहना भी ठीक है, क्यों? उसके अखा ही नहीं है। हुण जे अखा ही नहीं, वो कह सकता नहीं है। हुण अक्सर ये लोग कहते ने जे रब है फिर विखाओ, जे वो है फिर उन्होंने विखाओ। बाणी कहती वो तीनों चीज़ां नहीं, ना रूप है, ना रंग है, ना रेखा, फिर विखाईए किवें? महाराज गुरु गोबिंद सिंह जी कहते ने वो है घट घट मैं हर जू बस है, संतन कहो पुकार, वो तो हर थां ते वसदा है, हरेक जीव के अंदर वो वसदा है। फिर जे वसदा है फिर उन्होंने विखाओ। पर इन्हां अखां दे नाल वो वेख्या नहीं जाता, इन्हां अखां दे नाल उहदा वेखना नहीं। जिवें हवा चलती है, हवा तो है वेखी नहीं जाती, महसूस होती है सिर्फ। इवें मनुख रोटी खांदा है, रोटी तो खा ली है, स्वाद वेख्या नहीं जाता। स्वाद तो है वेख्या नहीं, कौड़ा है, खट्टा है, मिठा है, स्वाद तो है वेख्या नहीं जाता। इवें परमात्मा सारी थां ते है, हर थां ते है, जर्रे जर्रे विच है, अखां दे थाणी वेखण विच नहीं होगा, है वो सारी थां ते। और कोई ऐसी चीज़ भी नहीं है जिहड़ी हत्थ विच फड़ के विखा दी जाए आ लो आ है। हाँ, गुरु अमरदास जी महाराज एक गल कहते हैं, कहते जिन्नी तुसी पृथ्वी वेख रहे हो ये उहदा रूप ही है, इत्थों हिसाब लगाया जा सकता है। ये विस संसार तुम देख दे, ये हर का रूप है, हर रूप नदरी आया। ये जिन्नी पृथ्वी असी वेख रहे हैं वैसे तो उहदा रूप नहीं, ये पृथ्वी ही उहदा रूप है। जो कुछ असी वेख रहे हैं ये उहदा रूप है, क्योंकि ये उन्हें ही बनाया है। इत्थों पता लग सकता है ये पृथ्वी के उत्ते असी वेख सकते हैं उहदा रूप कैसा है, और कितनी जटिलता के नाल पृथ्वी बनाई है। इत्थों असी हिसाब ला सकते हैं परमात्मा किड्डा गंभीर करता है। 5 तत्त ने, जिथे पानी ते अग्नि एक दूजे के वैरी होंदे ने, अग ते पानी एक दूजे के वैरी ने, पर आ पृथ्वी दे विच अग भी इकट्ठी है तो पानी भी इकट्ठा है। दूर ते जाण की लोड़ ही नहीं, अपना शरीर है, इस शरीर के अंदर अग भी है तो पानी भी है, इकट्ठे नहीं दो। किड्डा कमाल दा करता है। ये 5 तत्त ने, 5 ही एक दूजे के वैरी ने, तो इन्हां 5 तत्तां नाल ही शरीर बने, सारे एक दूजे के वैरी ने। इत्थों हिसाब लगाया जा सकता है वो कितना गंभीर है करता। धरती के उत्ते, धरती दे विच पानी है, वो पानी मनुख पी रहा है, पानी कड्ढी जा रहा है, पी रहा है। धरती दे विच भी पानी है, धरती के उत्ते भी बदलों के रूप में पानी थले डिग रहा। उन्हें किन्ने तरीके दे नाल धरती बनाई है, इत्थों उहदा हिसाब लगाया जा सकता है। ये रूप, ये धरती ही उहदा रूप है। इत्थे जो कुछ हो रहा है उहदी मर्जी दे नाल, उहदे हुक्म के अनुसार हो रहा है, उहदा रूप ये नज़र आ जाता है जिहड़े बंदगी करते हैं। इत्थे जो कुछ भी हो रहा है
ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਹੁਕਮ ਦਾ ਮਤਲਬ ਉਹਦੇ ਨਿਯਮ, ਇਹ ਉਹਨੇ ਹੀ ਬਣਾਏ ਨੇ, ਨਿਯਮ ਉਹਦੇ ਹੀ ਬਣਾਏ ਹੋਏ ਨੇ। ਉਹਦੇ ਨਿਯਮਾਂ ਤੋਂ ਬਾਹਰ ਇਹ ਧਰਤੀ ਤੇ ਕੁਝ ਨਹੀਂ ਹੋ ਰਿਹਾ, ਨਾ ਕੁਝ ਕਰ ਰਿਹਾ ਹੈ। ਮਨੁੱਖ ਦੇ ਹੱਥ ਵਿੱਚ ਇੰਨਾ ਕੁ ਹੈ, ਇਹਦੇ ਕਰਮ ਨੇ। ਜਿਵੇਂ ਇਹ ਕਰਮਾਂ ਦੇ ਅਨੁਸਾਰ ਕੁਝ ਵੀ ਕਰ ਸਕਦਾ, ਆਪਣੀ ਮਰਜ਼ੀ ਦੇ ਅਨੁਸਾਰ ਇਹਦੇ ਕੋਲ ਖੁੱਲ੍ਹ ਹੈ। ਜਿਵੇਂ ਇੱਕ ਮਨੁੱਖ ਦੇ ਕੋਲ ਪੈਸਾ ਹੋਏ, ਉਹਦੀ ਮਰਜ਼ੀ ਹੈ, ਗੁਰਦੁਆਰੇ ਆ ਕੇ ਮੱਥਾ ਵੀ ਟੇਕ ਸਕਦਾ, ਸ਼ਰਾਬ ਜਾ ਕੇ ਵੀ ਪੀ ਸਕਦਾ, ਮਰਜ਼ੀ ਉਹਦੀ। ਇਹ ਬੁੱਧੀ ਪਰਮਾਤਮਾ ਨੇ ਇਹਨੂੰ ਦਿੱਤੀ ਹੋਈ ਹੈ, ਮਰਜ਼ੀ ਇਹਦੀ ਹੈ। ਵਾਹਿਗੁਰੂ ਵਾਹਿਗੁਰੂ ਵੀ ਜਪ ਸਕਦਾ, ਲੋਕਾਂ ਨੂੰ ਗਾਲਾਂ ਵੀ ਕੱਢ ਸਕਦਾ, ਮਰਜ਼ੀ ਇਹਦੀ ਹੈ। ਸਰੀਰ ਹੈ, ਗਲ ਉਹੀ ਹੈ। ਇਸੇ ਜ਼ੁਬਾਨ ਦੇ ਨਾਲ ਮਨੁੱਖ ਰੱਬ ਰੱਬ ਕਰ ਸਕਦਾ ਹੈ, ਇਸੇ ਜ਼ੁਬਾਨ ਦੇ ਨਾਲ ਮਾੜਾ ਵੀ ਬੋਲ ਸਕਦਾ ਹੈ। ਦਿਮਾਗ ਇਹੀ ਹੈ, ਇਸੇ ਦਿਮਾਗ ਦੇ ਨਾਲ ਰੱਬ ਦਾ ਚਿੰਤਨ ਵੀ ਕਰ ਸਕਦਾ ਹੈ, ਇਸੇ ਦਿਮਾਗ ਦੇ ਨਾਲ ਕਿਸੇ ਬਾਰੇ ਬੁਰਾ ਵੀ ਸੋਚ ਸਕਦਾ ਹੈ। ਦਿਮਾਗ ਇਹੀ ਹੈ, ਚਿੰਤਨ ਇੱਥੇ ਹੀ ਹੈ, ਉਹ ਇਹਦੀ ਮਰਜ਼ੀ ਹੈ। ਪਰ ਯਾਦ ਰੱਖਣਾ, ਖੁੱਲ੍ਹ ਤੇ ਇਹਨੂੰ ਦਿੱਤੀ ਹੋਈ ਹੈ, ਪਰ ਜੇ ਇਹ ਗਲਤ ਕਰੇਗਾ ਫਿਰ ਉਹਦੀ ਸਜ਼ਾ ਇਹਨੂੰ ਜ਼ਰੂਰ ਭੁਗਤਣੀ ਪੈਂਦੀ ਹੈ, ਕਿਸੇ ਰੂਪ ਵਿੱਚ ਵੀ ਭੁਗਤਣੀ ਪਏ। ਹੁਣ ਉਹਦੀ ਨਾ ਤੇ ਕੋਈ ਰੂਪ ਹੈ, ਨਾ ਕੋਈ ਰੇਖਾ ਹੈ, ਦੱਸ ਵੀ ਨਹੀਂ ਸਕਦੇ, ਏਡਾ ਵੱਡਾ ਹੈ ਪਰਮਾਤਮਾ। ਬਾਣੀ ਕਹਿੰਦੀ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ। ਉਹਦੀ ਜੋਤ ਅੰਦਰ ਹੈ ਤੇ ਚਾਨਣਾ ਹੈ, ਉਹਦੀ ਜੋਤ ਅੰਦਰ ਨਹੀਂ, ਚਾਨਣਾ ਖਤਮ ਨਾਲੋਂ ਨਾਲ। ਇਹ ਉਸ ਦੀ ਜੋਤ ਹੀ ਹੈ ਜਿਹੜੀ ਅੰਦਰ ਚਾਨਣਾ ਕਰੀ ਬੈਠੀ, ਅੱਖਾਂ ਵੇਖ ਰਹੀਆਂ ਨੇ ਉਹਦੀ ਜੋਤ ਕਰਕੇ। ਜਦੋਂ ਤਾਈਂ ਇਹ ਜੋਤ ਅੰਦਰ ਹੈ, ਬਾਹਰ ਵਿਖਰੇ ਹੈ। ਜਿਵੇਂ ਜੋਤ ਖਤਮ ਹੋ ਜਾਏਗੀ, ਜਿਵੇਂ ਜੋਤ ਨਿਕਲ ਜਾਏਗੀ, ਸਭ ਕੁਝ ਵਿਖਣਾ ਬੰਦ ਹੋ ਜਾਏਗਾ। ਉਹਦਾ ਰੂਪ ਰੰਗ ਕੁਛ ਨਹੀਂ, ਨਾ ਕਿਸੇ ਨੇ ਦੱਸ ਸਕਿਆ ਉਹ ਕਿਹੜੇ ਰੰਗ ਦਾ ਹੈ, ਕਿਸੇ ਨੂੰ ਨਹੀਂ ਪਤਾ। ਕਿੱਡਾ ਵੱਡਾ ਹੈ ਪਰਮਾਤਮਾ, ਕਿਸੇ ਨੂੰ ਨਹੀਂ ਪਤਾ। ਬਸ ਇਹ ਜ਼ਰੂਰ ਕਿਹਾ ਜਾਂਦਾ ਹੈ ਬੇਅੰਤ ਹੈ, ਅਗੰਮ ਹੈ, ਅਗੋਚਰ ਹੈ, ਕੋਈ ਪਤਾ ਨਹੀਂ। ਕਿੰਨਾ ਕੁ ਲੰਮਾ ਚੌੜਾ ਹੈ, ਕਿਸੇ ਨੂੰ ਨਹੀਂ ਪਤਾ। ਬਸ ਇਹ ਕਿਹਾ ਜਾਂਦਾ ਹੈ ਅਗੋਚਰ ਹੈ, ਅੱਖਾਂ ਦੀ ਪਹੁੰਚ ਤੋਂ ਦੂਰ ਹੈ। ਇਹ ਬਾਹਰੀ ਤੌਰ ਤੇ ਅਸੀਂ ਬ੍ਰਹਮੰਡ ਵੇਖ ਰਹੇ ਹਾਂ। ਪਹਿਲਾਂ ਮਨੁੱਖ ਨੇ ਇਹਨਾਂ ਅੱਖਾਂ ਨਾਲ ਵੇਖਿਆ, ਹੁਣ ਦੂਜੀਆਂ ਅੱਖਾਂ ਵੀ ਬਣਾ ਲਈਆਂ ਨੇ, ਦੂਰਬੀਨਾਂ। ਉਹਨਾਂ ਅੱਖਾਂ ਦੇ ਨਾਲ ਵੇਖਿਆ ਤੇ ਮਨੁੱਖ ਨੇ ਇਹ ਤੱਤ ਕੱਢ ਲਿਆ, ਇਹ ਬ੍ਰਹਮੰਡ ਦਾ ਪਸਾਰਾ ਪਤਾ ਹੀ ਨਹੀਂ ਕਿੱਥੋਂ ਤਾਈਂ, ਕਿੱਥੋਂ ਤਾਈਂ ਉਹਨੇ ਬਣਾਇਆ, ਕੋਈ ਪਤਾ ਨਹੀਂ। ਹੁਣ ਕਹਿੰਦੇ ਨੇ ਇੱਕ ਸੂਰਜ ਨਹੀਂ ਹੈ, ਲੱਖਾਂ ਹੀ ਸੂਰਜ ਨੇ, ਕਿੱਥੋਂ ਤਾਈਂ ਪਸਾਰਾ ਹੈ, ਕੋਈ ਪਤਾ ਨਹੀਂ। ਇਹ ਅੱਖਾਂ ਦੇ ਥਾਣੀ ਮਨੁੱਖ ਨੇ ਦੂਰ ਤਾਈਂ ਇਹ ਚੀਜ਼ ਕੀਤੀ ਹੈ, ਕੋਈ ਪਤਾ ਨਹੀਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਵੀ ਇਹ ਸਵਾਲ ਜਵਾਬ ਹੋਇਆ। ਇਹ ਸਵਾਲ ਜਵਾਬ ਕਜ਼ਾਕਿਸਤਾਨ ਦੇ ਦਰਬਾਰ ਦੇ ਵਿੱਚੋਂ ਇੱਕ ਦਰਬਾਰੀ ਸੀ, ਉਹਨੇ 3 ਸਵਾਲ ਤਿਆਰ ਕੀਤੇ। ਉਹ ਤਿੰਨੇ ਹੀ ਸਵਾਲ ਅਕਬਰ ਦੇ ਦਰਬਾਰ ਵਿੱਚ ਭੇਜੇ। ਪਹਿਲਾ ਸਵਾਲ, ਰੱਬ ਹੈ? ਜੇ ਹੈ ਤੇ ਫਿਰ ਵੇਖਦਾ ਕਿਉਂ ਨਹੀਂ ਹੈ? ਪਹਿਲਾ ਗੱਲ ਤੇ। ਦੂਜੀ ਗੱਲ, ਜੇ ਉਹ ਹੈ ਫਿਰ ਉਹ ਰਹਿੰਦਾ ਕਿੱਥੇ ਹੈ? ਤੀਜੀ ਗੱਲ, ਜੇ ਉਹ ਹੈ ਫਿਰ ਉਹ ਕਰਦਾ ਕੀ ਹੈ? 3 ਸਵਾਲ ਉਹਨੇ ਭੇਜੇ। ਤਿੰਨੇ ਸਵਾਲਾਂ ਦਾ ਜਵਾਬ ਲੈਣ ਲਈ ਅਕਬਰ ਦੇ ਦਰਬਾਰ ਵਿੱਚ ਸਿਆਣੇ ਸਿਆਣੇ ਦਰਬਾਰੀ ਸੀ, ਇਹਨੇ ਪੁੱਛਿਆ ਜਾਏ ਰੱਬ ਦੇ ਸੰਦਰਭ ਵਿੱਚ ਇਹ ਤਿੰਨੇ ਸਵਾਲ। ਤਿੰਨੇ ਸਵਾਲ ਮੈਨੂੰ ਦੱਸੇ ਜਾਣ। ਅਕਬਰ ਦਾ ਦਰਬਾਰੀ ਕਜ਼ਾਕਿਸਤਾਨ ਗਿਆ ਸਵਾਲਾਂ ਦੇ ਜਵਾਬ ਦੇਣ। ਪਹਿਲਾ ਸਵਾਲ ਹੈ, ਜੇ ਰੱਬ ਹੈ ਫਿਰ ਉਹ ਰਹਿੰਦਾ ਕਿੱਥੇ ਹੈ? ਦੂਜਾ ਸਵਾਲ ਹੈ, ਜੇ ਪਰਮਾਤਮਾ ਹੈ ਫਿਰ ਪਰਮਾਤਮਾ ਕਰਦਾ ਕੀ ਹੈ? ਜੇ ਪਰਮਾਤਮਾ ਹੈ ਫਿਰ ਉਹ ਰਹਿੰਦਾ ਕਿੱਥੇ ਹੈ? ਇਹ ਤਿੰਨੇ ਸਵਾਲ ਅਕਬਰ ਦਾ ਜਿਹੜਾ ਦਰਬਾਰੀ ਦਰਬਾਰ ਦੇ ਵਿੱਚ ਗਿਆ, ਉਹਦਾ ਜਵਾਬ ਤੇ ਮੈਂ ਜ਼ਰੂਰ ਦੇ ਦਿਆਂਗਾ, ਪਰ ਜਵਾਬ ਦੇਣ ਦੇ ਲਈ ਮੈਨੂੰ ਪਹਿਲਾਂ ਦੁੱਧ ਚਾਹੀਦਾ। ਮੇਰੇ ਵਾਸਤੇ ਥੋੜਾ ਦੁੱਧ ਲਿਆਇਆ ਜਾਏ, ਮੈਂ ਇਹਦਾ ਜਵਾਬ ਦਿਆਂਗਾ ਜ਼ਰੂਰ। ਦੁੱਧ ਲਿਆਂਦਾ ਗਿਆ।
ਹੁਣ ਦੁੱਧ ਲਿਆ ਕੇ ਕੋਲੇ ਦੇ ਵਿੱਚ ਲਿਆਂਦਾ, ਉਂਗਲ ਦੇ ਨਾਲ ਦੁੱਧ ਨੂੰ ਘੁਮਾ ਰਿਹਾ। ਸਾਰੇ ਹੱਸ ਰਹੇ ਨੇ, ਕਹਿੰਦੇ ਕਮਲਾ ਹੋ ਗਿਆ, ਉਂਗਲਾਂ ਨਾਲ ਇਹਨੂੰ ਕਿਉਂ ਘੁਮਾ ਰਹੇ? ਇਹਨੂੰ ਘੁਮਾਈ ਜਾ ਰਹੇ ਉਂਗਲ ਨਾਲ, ਇਹਦਾ ਕੀ ਕਾਰਨ ਹੈ? ਕਹਿੰਦੇ ਮੈਨੂੰ ਤਾਂ ਘੁਮਾ ਰਿਹਾ, ਇਹਦੇ ਵਿੱਚੋਂ ਦੁੱਧ ਕੱਢਣਾ ਚਾਹੁੰਦਾ, ਇਹਦੇ ਵਿੱਚੋਂ ਮੱਖਣ ਕੱਢਣਾ ਚਾਹੁੰਦਾ, ਉਂਗਲ ਨਾਲ ਘੁਮਾ ਕੇ। ਇਹਦੇ ਵਿੱਚੋਂ ਘਿਓ ਕੱਢਣਾ, ਉਂਗਲ ਨਾਲ ਘੁਮਾ ਕੇ। ਸਾਰੇ ਹੱਸ ਪਏ। ਉੱਥੋਂ ਦਾ ਕਿਹਾ ਸੀ ਇਸ ਸਵਾਲਾਂ ਦੇ ਜਵਾਬ ਦੇਗਾ, ਇਹ ਤੇ ਕਮਲਾ ਵੀ ਲੱਗਦਾ ਹੈ, ਇਹ ਸਵਾਲਾਂ ਦੇ ਜਵਾਬ ਦੇਗਾ ਰੱਬ ਬਾਰੇ। ਕਹਿੰਦੇ ਉਹਨਾਂ ਦਰਬਾਰੀਆਂ ਨੂੰ ਪੁੱਛਦਾ, ਕਹਿੰਦੇ ਇਹ ਜਿਹੜਾ ਦੁੱਧ ਹੈ, ਕਿ ਦੁੱਧ ਦੇ ਵਿੱਚ ਘਿਓ ਹੈ? ਕਹਿੰਦੇ ਹੈ। ਇਹ ਤਾਂ ਜ਼ਰੂਰੀ ਹੈ, ਦੁੱਧ ਦੇ ਵਿੱਚ ਤੇ ਘਿਓ ਹੋਏਗਾ। ਇਹ ਜਿਹੜਾ ਦੁੱਧ ਹੈ, ਇਹ ਦੁੱਧ ਦੇ ਵਿੱਚ ਮੱਖਣ ਹੈ? ਕਹਿੰਦੇ ਹੈ। ਇਹ ਤੇ ਪੱਕਾ, ਇਹਦੇ ਵਿੱਚ ਮੱਖਣ ਹੈ। ਪਰ ਕਹਿੰਦੇ ਉਹੀ ਤੇ ਮੈਂ ਕੱਢ ਰਿਹਾ। ਕਹਿੰਦੇ ਵੀ ਜੇ ਮੱਖਣ ਕੱਢਣਾ ਹੈ, ਫਿਰ ਇਵੇਂ ਥੋੜੀ ਨਾ ਨਿਕਲੇਗਾ। ਪਹਿਲਾਂ ਦੁੱਧ ਗਰਮ ਕੀਤਾ ਜਾਂਦਾ ਹੈ, ਫਿਰ ਦੁੱਧ ਨੂੰ ਜਾਗ ਲਾਈ ਜਾਂਦੀ ਹੈ, ਖੱਟਾ ਲਾਇਆ ਜਾਂਦਾ ਹੈ, ਉਸ ਤੋਂ ਬਾਅਦ ਇਹਨੂੰ ਰਿੜਕਿਆ ਜਾਂਦਾ ਹੈ, ਮੱਖਣ ਬਣਦਾ ਹੈ। ਮੱਖਣ ਨੂੰ ਫਿਰ ਗਰਮ ਕੀਤਾ ਜਾਂਦਾ ਹੈ, ਫਿਰ ਮੱਖਣ ਵਿੱਚੋਂ ਫਿਰ ਘਿਓ ਬਣਦਾ ਹੈ। ਕਹਿੰਦੇ ਬਸ ਇਹ ਸਵਾਲ ਦਾ ਜਵਾਬ ਹੈ। ਜਿਵੇਂ ਹਰੇਕ ਦੁੱਧ ਦੇ ਵਿੱਚ ਘਿਓ ਹੈ, ਮੱਖਣ ਹੈ, ਪਰ ਉਹਨੂੰ ਕੱਢਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਇਵੇਂ ਸਾਰੀ ਸ੍ਰਿਸ਼ਟੀ ਦੇ ਵਿੱਚ ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ, ਹਰ ਥਾਂ ਤੇ ਉਹ ਵਸਦਾ ਹੈ। ਪਰ ਉਸ ਦੀ ਪ੍ਰਾਪਤੀ ਦੇ ਲਈ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਹਦੇ ਸਾਹਮਣੇ ਅਰਦਾਸ ਕਰਨੀ ਪੈਂਦੀ ਹੈ, ਜਪ ਕਰਨਾ ਪੈਂਦਾ ਹੈ। ਲੋਕੀ ਕਈ ਸਾਧਨ ਨੇ ਉਹਨੂੰ ਪ੍ਰਾਪਤੀ ਦੇ, ਜਪ ਹੈ, ਤਪ ਹੈ, ਕਿੰਨੇ ਹੀ ਸਾਧਨ ਨੇ। ਗੁਰੂ ਨਾਨਕ ਸਾਹਿਬ ਤੇ ਇਹ ਕਹਿੰਦੇ ਨੇ, ਉਹਦੀ ਪ੍ਰਾਪਤੀ ਦੇ ਲਈ ਸਿਰਫ ਉਹਦੇ ਗੀਤ ਹੀ ਗਾ, ਤੂੰ ਉਹਦੇ ਗੀਤ ਗਾਉਣ ਨਾਲ ਹੀ ਪ੍ਰਾਪਤੀ ਹੋ ਜਾਏਗੀ, ਉਹਦੇ ਗੀਤ ਹੀ ਗਾਉਣੇ। ਜਿਵੇਂ ਸਾਰੀ ਧਰਤੀ ਦੇ ਵਿੱਚ ਪਾਣੀ ਹੈ, ਪਰ ਜੇ ਪਾਣੀ ਕੱਢਣਾ ਹੋਏ ਫਿਰ ਬੋਰਵੈਲ ਕਰਨਾ ਪੈਂਦਾ। ਪਾਣੀ ਤੇ ਹੈ ਸਾਰੀ ਥਾਂ, ਪਾਣੀ ਤੇ ਹੈ, ਕੱਢ ਲਿਆ ਜਾਂਦਾ। ਪਰ ਪਹਿਲੇ ਦੱਸਦੇ ਨੇ ਪਾਣੀ ਉੱਤੇ ਹੀ ਹੁੰਦਾ ਸੀ, ਲੋਕੀ ਥੋੜਾ ਜਿਹਾ ਪੱਟਦੇ ਸੀ, ਐਵੇਂ ਹੀ ਪਾਣੀ ਚੱਲ ਪੈਂਦਾ ਸੀ। ਐਵੇਂ ਹੌਲੀ ਹੌਲੀ ਪਾਣੀ ਥੱਲੇ ਜਾਂਦਾ ਰਿਹਾ, ਪੈਪ ਲੰਮੇ ਪਾਣੇ ਪੈਂਦੇ ਨੇ। ਇਵੇਂ ਜਿਵੇਂ ਜਿਵੇਂ ਮਨੁੱਖ ਦੇ ਅੰਦਰ ਪਰਮਾਤਮਾ ਦੀ ਬੰਦਗੀ ਰਹਿੰਦੀ ਹੈ, ਥੋੜੀ ਥੋੜੀ ਬੰਦਗੀ ਰਹਿੰਦੀ ਹੈ, ਸੌਖੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਜਿਵੇਂ ਉਹ ਤੋਂ ਦੂਰ ਚਲਾ ਜਾਂਦਾ ਹੈ, ਰੋਜ਼ ਰੋਜ਼ ਵਿਕਾਰ ਕਮਾਉਂਦਾ ਰਹਿੰਦਾ ਹੈ, ਫਿਰ ਮਿਹਨਤ ਜ਼ਿਆਦਾ ਲੱਗਦੀ ਹੈ। ਹਰੇਕ ਥਾਂ ਤੇ ਉਹ ਹੈ। ਮਹਾਰਾਜ ਬਾਣੀ ਦੇ ਵਿੱਚ ਕਹਿੰਦੇ, ਸਗਲ ਵਣਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਉਹ ਪਰਮਾਤਮਾ ਦੀ ਜੋਤ ਹਰੇਕ ਦੇ ਵਿੱਚ, ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮਨੁੱਖ ਗੁਰੂ ਦੀ ਦੱਸੀ ਹੋਈ ਸਿੱਖਿਆ ਤੇ ਚੱਲਦਾ ਹੈ, ਉਹ ਸਿੱਖਿਆ ਦੇ ਨਾਲ ਇਹਦੇ ਅੰਦਰੋਂ ਪ੍ਰਕਾਸ਼ ਪ੍ਰਾਪਤ ਹੋ ਜਾਂਦਾ ਹੈ। ਪ੍ਰਕਾਸ਼ ਇਹਦੇ ਅੰਦਰ ਹੀ ਹੈ, ਬਾਹਰ ਨਹੀਂ ਹੈ। ਉਹ ਜਿਹੜਾ ਪਰਮਾਤਮਾ ਸਾਰਿਆਂ ਦੇ ਅੰਦਰ ਵਸਦਾ ਹੈ, ਉਹ ਮਨੁੱਖ ਦੇ ਹਰੇਕ ਦੇ ਅੰਦਰ ਹੈ। ਬਸ ਐਵੇਂ ਸਮਝ ਲਓ, ਕੋਈ ਮਨੁੱਖ ਆਪਣੀ ਜੇਬ ਦੇ ਵਿੱਚ ਸੋਨਾ ਪਾਈ ਫਿਰੇ ਤੇ ਉਹਨੂੰ ਸੋਨੇ ਦਾ ਨਾ ਪਤਾ ਹੋਏ, ਤੇ ਲੋਕਾਂ ਕੋਲ ਭੀਖ ਮੰਗਦਾ ਫਿਰੇ, ਭਿਕਸ਼ਾ ਮੰਗਦਾ ਫਿਰੇ ਲੋਕਾਂ ਦੇ ਕੋਲੋਂ। ਲੋਕੀ ਕਹਿਣਗੇ ਆਪਣੀ ਜੇਬ ਵੱਲ ਵੇਖ, ਤੇਰੀ ਜੇਬ ਦੇ ਵਿੱਚ ਸੋਨਾ ਹੈ, ਉਹਨੂੰ ਵੇਚ ਤੇ ਭਾਵੇਂ ਜਿੰਨੀ ਮਰਜ਼ੀ ਰੋਟੀ ਖਾ ਲੈ। ਐਵੇਂ ਸਤਿਗੁਰੂ ਜੀ ਮਹਾਰਾਜ ਕਹਿੰਦੇ ਨੇ, ਹਰੇਕ ਸਰੀਰ ਦੇ ਅੰਦਰ ਪਰਮਾਤਮਾ ਹੈ, ਸਭ ਮਹਿ ਜੋਤ, ਜੋਤ ਹੈ ਸੋਏ, ਹਰ ਥਾਂ। ਜਿਵੇਂ ਹਰੇਕ ਵਨਸਪਤ ਵਿੱਚ ਬਾਹਰ ਦਰਖਤ ਖੜੇ ਨੇ, ਅਸੀਂ ਵੇਖਦੇ ਹਾਂ ਕਿ ਦਰਖਤ ਦੇ ਵਿੱਚ ਅੱਗ ਹੈ, ਪਰ ਜੇ ਅੱਗ ਪ੍ਰਾਪਤੀ ਕਰਨੀ ਹੈ, ਦਰਖਤ ਨੂੰ ਵੱਢਿਆ ਜਾਣਾ ਹੈ, ਸੁਕਾਇਆ ਜਾਣਾ ਹੈ, ਅੱਗ ਪ੍ਰਗਟ ਹੋ ਜਾਏਗੀ। ਹੈ ਪਹਿਲਾਂ ਵੀ ਹੈ, ਥੋੜਾ ਮਨੁੱਖ ਨੂੰ ਉਪਚਾਰ ਕਰਨਾ ਪੈਂਦਾ ਹੈ। ਇਵੇਂ ਪਰਮਾਤਮਾ ਹਰ ਥਾਂ ਤੇ ਹੈ। ਕਿਹੜੇ ਰੂਪ ਵਿੱਚ ਹੈ? ਰੂਪ ਕੋਈ ਨਹੀਂ ਹੈ ਉਹਦਾ, ਰੂਪ ਕੋਈ ਨਹੀਂ ਹੈ। ਜੇ ਰੂਪ ਹੁੰਦਾ, ਔਰ ਇਹਦਾ ਮਤਲਬ ਇਹ ਮਤ ਜਾਣਨਾ ਅੰਦਰ ਦਾ ਮਤਲਬ ਇਹ ਵੀ ਸਰੀਰ ਦੇ ਅੰਦਰ ਹੈ, ਐਸਾ ਨਹੀਂ ਹੈ। ਸਰੀਰ ਦੇ ਅੰਦਰ ਹੁੰਦਾ ਤੇ ਡਾਕਟਰਾਂ ਕੱਢ ਲੈਣਾ ਸੀ। ਉਹ ਇਸ ਸਰੀਰ ਦੀ ਗੱਲ ਨਹੀਂ ਹੁੰਦੀ। ਜਦੋਂ ਅਸੀਂ ਸਰੀਰ ਦੀ ਗੱਲ ਕਰਦੇ ਹਾਂ, ਇਹ ਸਰੀਰ ਦੀ ਗੱਲ ਨਹੀਂ ਹੈ, ਉਹ ਗੱਲ ਦਾ ਹੈ ਸੁਰਤ ਦੀ।
और सुरत का कोई आकार नहीं है, मन का कोई आकार नहीं। मन कोई पार्ट नहीं है शरीर का, मन कोई ये शरीर का पार्ट नहीं है। सुरत के रूप में वो अंदर है, वो अंदर बैठा है, प्रकाश ओदा है। पर जिमें जिमें जीव आत्मा के उत्ते आवरण ढकिया जाता है विकारां दा, अंतशकरण मैला हो जाता है, इत्ते चादर पै जाती है विकारां दी। वो चादर सारी उम्र ही पाटदी नहीं। वो चादर नूं जिमें जिमें धोवांगे फिर जाके किते थल्लों परमात्मा प्रगट होएगा। इस करके परमात्मा खोजना नहीं है, खोजण की तो लोड़ ही नहीं, अंदर है। उते खोजना कित्थे है, उसनूं पाउणा है बस। खोजांगे फिर तो हंकार आ जाएगा, मैं खोज लिया। खोजिया नहीं जाना, जिस दिन पता लग गया अपना आपा खत्म ही हो जाना। एक शायर कहता है, चादर मैली साबण थोड़ा, जद धोवां तद रोवां। मनुख दे कोल चादर है, चादर बड़ी मैली है, जीव आत्मा बड़ी मैली है। साबण थोड़ा, ये शरीर दे सवास थोड़े ने। जदों जिग्यासू धोंदा है नाल नाल रोंदा रहिंदा है, ये परमात्मा किवें पहुंचांगा तेरे कोल? इन्ने विकार, इन्ना कुछ अंदर भरिया पिया, मैनूं तो पता ही नहीं सी। हरेक थां ते वो है, पर ओदा रूप जिहड़ा है, महाराज बाणी च कहंदे ने, रूप ओदा बयान नहीं किया जा सकता। अज ताईं ये मन की जिहड़ी खोज होई है, विग्यानी कहंदे ने, मनोविग्यानी 1% होई है। 9 हिस्से मन का पता ही नहीं है किसी को, कितना डूंगा है। जोत यही है अंदर, ये मन ही जिहड़ा है, ये मन शक्ति। महाराज इनू मन नूं ही कहंदे ने गुरबाणी विच, मन तू जोत स्वरूप है, अपना मूल पछाण। अपने आप नूं पछानना कर। और पछाणेगा किवें? जिमें जिमें बंदगी करेगा, संगत करेगा, जप तप करेगा, पछाण तां होनी है, उवें होनी भी नहीं। जिमें एक मिर्ग दे अंदर कस्तूरी हुंदी है, सारी उम्र कस्तूरी दे पिछे बाहर भजदा रहिंदा है, इवें मनुख सारी उम्र सुखां वास्ते बाहर उपराले करदा है, बाहर ते सुख नहीं मिलते। आनंद इहदे अंदर है, क्योंकि जदों ताईं ज्ञान का पता नहीं लगा, ये दुनिया की सच्चाई का पता नहीं लगा, उदों ताईं आनंद नहीं आएगा। इच्छावां ने अज एक हो गई है, कल दूजी पूरी हो जाएगी, दूजी हुई है तीजी हो जाएगी, इवें चलदा रहना। ये कारज ने जिहड़े ये कदे पूरे नहीं होए। ये इच्छावां जिहड़ियां ने ये चलदियां रहणियां ने, मनुख नूं पता लगना ही नहीं की है परमात्मा की लैण आया है, की नहीं लैण आया। अन्ने दा अन्ना आउंदा है, अन्ना ही चला जाता। ये दुनिया ते आउंदा है, सुजाखा होके नहीं जाता। अखां बंद करके ही आउंदा है, माया दे मोह विच ही आउंदा। हों विच जन्म हुंदा है, हों विच ही मर जांदा है। हौमे दे विच ही जन्म हुंदा है, हौमे विच ही मर जांदा है। उसने कहा परमात्मा ते सारी थां ते है। जिवें आ दुध दे विच है मक्खण, पर इनू कढ़ना होए ते मनुख नूं प्राप्ति दे लई यतन करने पैंदे। दूजी वो गल कहंदा है, परमात्मा करदा की है? वो कहंदा है, इस सवाल ते गुरु नानक साहब महाराज ने भी जवाब दिता है। पीर दस्तगीर नूं ये जवाब दिता सी। दस्तगीर कहंदा महाराज परमात्मा करदा की है? गुरु साहब कहंदे तू उत्ते बैठा है, मैं थल्ले खड़ा। तू थल्ले आ, मैं उत्ते बैठांगा, फिर इसदा जवाब मिलेगा। वो थल्ले आ गया, गुरु नानक साहब उत्ते बैठ गए। कहंदे ये तेरे सवाल का जवाब है। परमात्मा सारा दिन यही करदा है, जिहड़े थल्ले हुंदे ने उन्हां नूं उत्ते बहा दिंदा है, जिहड़े उत्ते बैठे उन्हां नूं थल्ले ला दिंदा है। सारा दिन यही करदा है। परमात्मा की खांदा है? परमात्मा अभिमानियां दे अभिमान खा जाता है, होर कुछ भी नहीं खांदा। परमात्मा खांदा की है? हंकारियां दे हंकार खा जाता है, ये करदा है, सारा दिन खांदा। हर जुग जुग भगत उपाया, पैज रखदा आया राम राजे। हर नाकश दुष्ट हर मारिया, प्रहलाद तराया। अहंकारियां निंदकां पिठ दे, नाम देव मुख लाया। हंकारियां दे हंकार परमात्मा रोज खांदा है, वो रोज ही करदा है। जेड़े उत्ते बैठे ने उन्हां नूं थल्ले ला दिंदा है, जेड़े थल्ले ने उन्हां नूं उत्ते बहा दिंदा है। ये काम वो सारा दिन ही करदा है। कोई विरला मनुख हुंदा है जिहड़ा इस चीज़ नूं महसूस कर रहिंदा। करनी तो इत्थों ही है। मनुख जिन्ना ज़्यादा महसूस करन वाला बन जाएगा,
उन्ना ही परमात्मा नाल जुड़ जाएगा। महसूस करने की शक्ति कितनी है मनुख में। कई मनुख दूजे दियां गलतियां तो महसूस कर जाते हैं, दूजे की गलती तो। कई आप लखां वारी गलतियां करते हैं, महसूस फिर भी नहीं होता। आप लखां वारियां गलतियां कर लेंदे ने, फिर भी महसूस नहीं होता मैं गलत हाँ, मेरे तो भी गलती होंदी है। कई ऐसे लोग भी ने गलती दूजा करता है, महसूस वो कर देता है। इस करके एक आलम फाजल कहता है, कहते हे मनुख तेरी जिंदगी बड़ी थोड़ी है, ऐसा ना समझी तू गलती करेगा तो अपनी गलती तो ही सीखेगा, नहीं दूजियां दी गलतियां तो सीख ले। अपनी जिंदगी दे विच होर वड्डे वड्डे तेरे तो पहला गए ने, बजुर्ग गए ने, माँ बाप गए ने, इसे चक्कर विच गए ने, काम तो पूरे नहीं कर पाए। उन्होंने पुछ के वेख लेना सी, नहीं कीते। जिस दिन वो गए ने उन्होंने पुछ के वेखना सी कि जिंदगी विच पूरा हो गया काम। उन्हें एक ही गल कहनी सी, कुछ नहीं पूरा होया, कुछ नहीं मिले जिंदगी, अधूरे चले हाँ, कुछ भी नहीं मिले। महाराज ने कर कर थाके वड्डे वडेरे कि नहीं किए काज माया पूरे। वड्डे वडेरे भी थक गए ने, ये काम ते पूरे नहीं हुए। इस करके रूप ना रेख ना रंग किछ, त्रेह गुण ते प्रभ पिन। इन्हां तिन्नां तो ही अलग है परमात्मा। ओदा कोई रूप नहीं है, ओदा कोई रंग नहीं है, ओदी कोई रेखा नहीं है। ये जिहड़ी दुनिया है ये ओदा ही रूप है। ये जिहड़ी दुनिया है वैसे ओदा सीधे तौर पर कोई रूप नहीं है, पर जे ओदा रूप वेखना है, ये दुनिया ही ओदा रूप है। किड़े तरीके नाल उन्हें बनाई हुई है, किड्डे सोहने तरीके नाल इनू चला रहे हैं, ये ओदा ही रूप है, बनाया होया ओदा ही है। ये पसारा दुनिया का उन्हें ही खिलारिया होया है, उतों ही खिल रहा है सब कुछ। इत्थों पता लगता है परमात्मा की सूझ का, इत्थों ही पता लगता है परमात्मा की समझ का, वो किड्डी समझ का मालक है। इत्थों ही पता लग जाता है वो दयालु है, क्योंकि पृथ्वी के लोग वो अगे अरदास करते हैं, वो अरदासां पूरियां कर देंदा। इत्थों ही पता लग जाता है वो दयालु है, होर किवें पता लगेगा। इत्थों ही पता लग जाता है वो रहीम है, वो करीम है, वो बड़ा वड्डा है। दुनिया तो पता लगता है। ये जिहड़ी सारी दुनिया है ओदा ही रूप है, और वो हरेक रूप दे विच है, हरेक थां ते वो है। पर मनुख नूं उहदी प्राप्ति दे लई यतन शुरू करने पैंदे ने कि संगत विच आउणा पैंदा, बंदगी करनी पैंदी है। जिमें जिमें उहदी बंदगी शुरू हो जाती है, मनुख नूं रोज़ 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 उहदा प्रकाश विखना शुरू हो जाएगा। प्रकाश का मतलब ज्ञान, प्रकाश का मतलब समझ, समझ वध जाती है मनुख की। अज मनुख नूं छोटियां छोटियां चीज़ां बड़ियां वड्डियां लगदियां ने, एक समा आ जाएगा वड्डियां वड्डियां चीज़ां भी छोटियां लगनियां शुरू हो जाएंगियां। अज मनुख दे लई दुनिया की वड्डियां वड्डियां कुर्सियां, प्रधानमंत्री की कुर्सी बड़ी वड्डी है। एक समा आ जाएगा जिस दिन वो वड्डा प्रधानमंत्री परमात्मा विख गया, ये वास्ते दुनियावी प्रधानमंत्री छोटे हो जाएंगे। मनुख दे लई उदों ते ही दुनिया वड्डी है जदों ते ही वड्डा परमात्मा नहीं विखिया। मनुख उदों ते ही दुनिया तो डरता है जदों ते ही परमात्मा नहीं विखिया। जिस दिन वो महसूस हो जाएगा सारे ही डर खत्म हो जाएंगे। दुनिया के डर खत्म, वड्डे वड्डे शासकों के डर खत्म। इनू बाणी कहती निरभउ जपै सगल भउ मिट, सारे ही डर खत्म हो जाए। फिर ये वास्ते कुछ वड्डा नहीं है। और याद रखना ये जिहड़ियां चीज़ां ने दुनियावी चीज़ां ने, जिवें एक बच्चा हुंदा है ना छोटा, जदों उहदे कोल छोटी जी कार हुंदी है, वो कहता है एक कार दे उत्ते मैं बह के अपने मामिਆਂ ते जावांगा। छोटी जी कार हुंदी, सारे हसदे ने। हुण सब नूं पता है कार थोड़ी ना जा सकती है, पर वो इनू सच मनी बैठा है, ये कार जिहड़ी है उत्थे जाएगी। फिर उहदे कोल जहाज हुंदा है, ये जहाज ते बैठ के मैं फलानी थां जावांगा। छोटी जी कार नाल खेडदा हुंदा है, कहंदा कित्थे जा रहे हैं, कहंदे मामिਆਂ ते पहुंच गया। एक कार नाल, छोटी जी कार नाल। पर जिवें उहनूं दस्सण दी लोड़ नहीं, जिवें जिवें वड्डा होएगा वो कह दिंदा है मैं ही खराब सी, मैं ही पागल सी, कार ते मामिਆਂ ते नहीं जाती। आप ही कह दिंदा, वो आप ही समझ जाता है। मनुख आप ही कहता है मैं भी इन्हां नाल खेडदा हुंदा सी, मैं भी यही सोचदा सी। इवें जदों ते ही मनुख
बचपन दे विच है, धार्मिक तौर ते वड्डा नहीं होया, जप नहीं किया, उदों तो ये सोचता रहिंदा है ये दुनिया दी कारां बड़ियां वड्डियां ने, ये दुनिया बड़ी वड्डी है। पर फरीद साहब कहंदे ने जिदन तू उच्चे चढ़ के वेखेगा तेनू सब कुछ ही छोटा लिखना है, सब कुछ ही। जिदन अध्यात्मिक तौर पर थोड़ा वड्डा होएगा तो कहेगा आ भी छोटा है, ये भी छोटा है, वड्डा कौन है? वो परमात्मा। बस सारी दुनिया ही छोटी है। तेन एवें लगता है पिता ने किया है, पिता नूं इवें लग रहा पुत्र करेगा। हजे तो इवें लगता है राजे नूं लगता है प्रजा करेगी, प्रजा नूं लगता है राजा करेगा। जिस दिन मनुख वड्डा हो जाता है कहना नहीं कोई नहीं करेगा, सब रब करेगा। जो तुद भावै साई भलीकार, तू सदा सलामत निरंकार, जो करेगा तू आपे करेगा। सब कुछ आपे आप, सब कुछ आपे आप, सारा कुछ अपने आप ही है। कोई इस दुनिया ते कुछ करन वाला नहीं है, सब कुछ उहदे हुक्म दे विच होना, उहदे हुक्म दे कीते होए कर्म ने। धरती दे अपने कर्म हुंदे ने, इत्थे रहण वालियां दे अपने कर्म ने, एक परिवार दे अपने कर्म हुंदे ने, क्योंकि कई जीव इकट्ठे होए ने, सारियां दा एक संयोग बनिया, उन्हां दे भी कर्म हुंदे ने संयोग दे विच। एक देश दे कर्म ने, एक धरती दे कर्म ने। इस करके याद रखना कर्म उत्ते थले हुंदे रहिंदे ने, इस करके दुख सुख चलते रहंदे ने। पर जिवें जिवें परमात्मा दा पता लगदा है ये दुख भी छोटे लगदे ने, इहनूं समझ आ जांदी है जिंदगी च जदों ते रवांगे दुख ते चलणगे। बस मेरा काम तो यह है मैं अपनी जिंदगी दे विच निरंतर काम करा, बस निरंतर चला, बस ये अभ्यास है। अपनी जिंदगी दे अंदर काम करा बस, बाकी उहदी मर्जी है, उन्हें की देना है की नहीं करना है उहदी मर्जी है। मैं कल शाम भी आप जी के सामने ये बेनती की सी। मैं परसों ही एक वेख रहा सी, एक कबूतर ते कबूतरी का जोड़ा, आ पिछे गुरुद्वारा साहब काम चल रहा है। वो कबूतरी उत्ते बैठी रहिंदी सी, कबूतर ने थले जाना, छोटे छोटे डक्के इकट्ठे करके उत्ते बह के सारा कुछ बना रही सी। और डक्के भी परमात्मा ने नेड़े नेड़े, कई डक्के कोई सफाई नहीं सी, थले ही पे सन डक्के। रब ने उहदे वास्ते डक्के भी थले ही रखे ने। थलों चुकदा सी, पहला हिला के वहिंदा सी भी ये लगेगा कि नहीं लगेगा, जेड़ा नहीं सी लगदा सुट दिंदा सी, उहनूं इन्ना भी पता सी। परमात्मा की कुदरत, वो लैके उत्ते जा रहा सी। कल परसों उत्थे होर काम शुरू होना सी। हुण उन्हां 3-4 दिन लगातार सुत्ते ही नहीं, लगातार बनाउंदे रहे, लगातार मकान बना रहे ने। 3-4 दिन बनाउंदे रहे ने, परसों पत्थर लगे सारा ही थले सुट दिता। हुण उत्थे ते काम चलना सी। हुण मैं ये नहीं वेख्या वो कबूतर ते कबूतरी रो रहे होण, नहीं, उन्हें वेखिया असीं बना रहे सी, उहदा हुक्म है, टुट गया, ये भी उहदा हुक्म है। इस करके कुछ मिले है, ये भी उहदा हुक्म है, जिस दिन चला जाएगा ये भी उहदा हुक्म है। यही तो जानना है। महाराज तिसे है बुझाए नानका, जिस होवे सो प्रसन्न। परमात्मा जिहदे ते प्रसन्न हो जाता है उन्होंने बुझा जाता है कि रब दा कोई रूप नहीं है, उहदा कोई रंग नहीं है, और सारे ही रंग उहदे ने। जिन्नी दुनिया ते रूप आए ने वो अरूप दे विचों आए ने। वो परमात्मा जिहदा कोई रूप नहीं है, दुनिया दे सारे रूप उत्तों ही आए ने। वो परमात्मा जिहदा कोई रंग नहीं है, सारे रंग उत्तों ही आए ने। वो परमात्मा जिहदा कोई आकार नहीं है, सारे आकार उहदे तो ही आए ने। हुक्मी होवन आकार, हुक्म न कहया जाई। हुक्मी होवन जी, हुक्म मिलै वड्डेआई। हुक्मी उत्तम नीच, हुक्म लिख दुख सुख पाइयै। इक ना हुक्मी बख्शीश, एक हुक्मी सदा भवाइयै। हुक्म है अंदर सब को, बाहर हुक्म ना कोय। नानक हुक्म है जे बुझै, हौमै कहे ना कोई। मनुख अपनी हौमै उदों ही छड़ देगा, कहेगा मैं कुछ भी नहीं है, उस दिन ही छड़ देगा। वो कहेगा जो कुछ मैनू मिले है वो हुक्म दे विच मिले है, ये कोई कर्म सन उन्हां दा मिल गया है। जे कर्म अगे माड़े हुक्मी लिख दुख सुख पाइए। अपने कर्मां दी लिखत दे अनुसार दुख ते सुख मनुख नूं मिलदे ने। मिलदे किहदे विच ने? हुक्म दे विच। ते हुक्म नूं किहने बनाया? परमात्मा ने। परमात्मा ने एक हुक्म बनाया है। परमात्मा किसी ने दुख सुख नहीं दिंदा, उन्हें हुक्म बनाया। आप तो बैठा है, बाणी कहती आप तो आनंद नाल बैठा।
ਉਹ ਨਾ ਕਿਸੇ ਨੂੰ ਮਾਰ ਰਿਹਾ ਹੈ, ਨਾ ਕਿਸੇ ਨੂੰ ਜਿਵਾ ਰਿਹਾ, ਆਪ ਤੇ ਆਨੰਦ ਨਾਲ ਬੈਠਾ ਹੈ। ਉਹ ਕਰ ਆਸਣ ਡਿੱਠੋ ਚਾਹੋ, ਉਹ ਤੇ ਆਨੰਦ ਨਾਲ ਬੈਠਾ ਹੈ। ਉਹਨੇ ਹੁਕਮ ਬਣਾਇਆ ਹੋਇਆ ਅੱਗੇ, ਉਹਦੇ ਹੁਕਮ ਦੇ ਵਿੱਚ ਹੀ ਮਨੁੱਖ ਨੂੰ ਦੁੱਖ ਸੁੱਖ ਮਿਲਦੇ ਨੇ। ਬਸ ਮਨੁੱਖ ਇਵੇਂ ਕਰ ਸਕਦਾ ਹੈ, ਉਹਦੇ ਅੱਗੇ ਪ੍ਰਾਰਥਨਾ ਤੇ ਅਰਦਾਸ ਕਰ ਸਕਦਾ ਹੈ, ਪਰਮਾਤਮਾ ਮੇਰੀ ਬੁੱਧੀ ਛੋਟੀ ਹੈ, ਮੈਨੂੰ ਇਹ ਦੁਨੀਆ ਬਾਰੇ ਕੁਝ ਨਹੀਂ ਪਤਾ। ਔਰ ਮਹਾਰਾਜ ਕਹਿੰਦੇ ਉਹਨੂੰ ਹੀ ਪਰਮਾਤਮਾ ਬੁਝਾਉਂਦਾ ਹੈ ਜੇ ਤੇ ਪ੍ਰਸੰਨ ਹੁੰਦਾ ਹੈ। ਤੇ ਪ੍ਰਸੰਨ ਪਰਮਾਤਮਾ ਨੂੰ ਕਰਨਾ ਹੈ, ਉਹਦੇ ਵਾਸਤੇ ਮਨੁੱਖ ਨੂੰ ਸੇਵਾ ਸਿਮਰਨ ਇਹ ਕਰਨਾ ਪੈਂਦਾ ਹੈ, ਯਾਦ ਕਰਨਾ ਪੈਂਦਾ। ਯਾਦ ਕਰਨ ਦੀਆਂ ਵਿਧੀਆਂ ਲੱਖਾਂ ਹੀ ਨੇ, ਭਾਵੇਂ ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ, ਲੱਖਾਂ ਹੀ ਵਿਧੀਆਂ ਨੇ ਉਹਨੂੰ ਯਾਦ ਕਰਨ ਦੀਆਂ। ਦੁਨੀਆ ਤੇ ਜਿੰਨੇ ਵੀ ਪੀਰ ਅਵਤਾਰ ਹੋਏ ਨੇ, ਲੱਖਾਂ ਹੀ ਵਿਧੀਆਂ ਦੱਸ ਕੇ ਗਏ ਨੇ ਉਹਨੂੰ ਯਾਦ ਕਰਨ ਦੀਆਂ। ਉਹਨੂੰ ਯਾਦ ਕਰਨਾ ਪੈਂਦਾ, ਤਾਂ ਹੀ ਉਹ ਪ੍ਰਸੰਨ ਹੁੰਦਾ ਹੈ। ਮਹਾਰਾਜ ਕਹਿੰਦੇ ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਰੱਬ ਨੂੰ ਕੌਣ ਪਿਆਰਾ ਹੈ, ਇਹ ਕੋਈ ਪਤਾ ਨਹੀਂ ਲੱਗਦਾ। ਕਹਿੰਦੇ ਇੱਕ ਇੱਕ ਭਾਵ ਦੇ ਨਾਲ ਸਭ ਕੁਝ ਵੇਖ। ਹੋ ਸਕਦਾ ਹੈ ਉਹ ਵੱਡੇ ਵੱਡੇ ਬਾਲਮੀਕ ਵਰਗੇ ਜਿਹੜੇ ਬਟਵਾਰੇ ਸਨ, ਉਹਨਾਂ ਨੂੰ ਵੀ ਕਿਰਪਾ ਕਰਕੇ ਸੰਤ ਬਣਾ ਸਕਦਾ ਹੈ, ਕੋਈ ਪਤਾ ਨਹੀਂ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਉਹਦਾ ਕੋਈ ਰੂਪ ਨਹੀਂ, ਉਹਦਾ ਕੋਈ ਰੰਗ ਨਹੀਂ। ਇਹ ਜਿਹੜੀ ਧਰਤੀ ਹੈ ਇਹ ਉਹਦੇ ਹੀ ਰੰਗ ਨੇ, ਉਹਦੇ ਹੀ ਰੂਪ ਨੇ। ਇਹਦੇ ਵਿੱਚੋਂ ਹੀ ਉਹਦਾ ਪਤਾ ਲੱਗਦਾ ਹੈ, ਇਹਦੇ ਵਿੱਚੋਂ ਹੀ ਉਹਦੀ ਖਬਰ ਲੱਗਦੀ ਹੈ। ਨਾ ਉਹ ਅੱਖਾਂ ਦੀ ਪਹੁੰਚ ਵਿੱਚ ਆਉਂਦਾ ਹੈ। ਮਨੁੱਖ ਨੇ ਵੇਖਿਆ ਅੱਖਾਂ ਕਰਕੇ, ਦੂਰਬੀਨਾਂ ਬਣਾਈਆਂ ਨੇ, ਬ੍ਰਹਮੰਡ ਵੇਖਿਆ ਖੋਜ ਕੇ, ਨਹੀਂ ਲੱਭਿਆ। ਇਹ ਧਰਤੀ ਦਾ ਵੀ ਥਾਂ ਨਹੀਂ ਲੱਭਿਆ, ਦੂਰਬੀਨਾਂ ਦੇ ਨਾਲ ਦੂਰ ਦੂਰ ਤੇ ਮਨੁੱਖ ਨੇ ਵੇਖਿਆ, ਨਹੀਂ ਲੱਭਿਆ ਕੁਝ ਵੀ। ਪਤਾ ਹੀ ਨਹੀਂ ਲੱਗਿਆ ਕਿੰਨੀ ਦੂਰ ਤੇ ਇਹ ਫੈਲਿਆ ਹੋਇਆ ਹੈ। ਇਸ ਕਰਕੇ ਇਹਨਾਂ ਅੱਖਾਂ ਦੇ ਨਾਲ ਉਹਦਾ ਥਾਂ ਨਹੀਂ, ਉਹ ਅਗੋਚਰ ਹੈ। ਅਗੋਚਰ ਦਾ ਮਤਲਬ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਸੋ ਸਤਿਗੁਰੂ ਜੀ ਇਹ ਕਿਰਪਾ ਕਰਨ, ਸਭਨਾਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ। ਉਹ ਪਰਮਾਤਮਾ ਵਾਹਿਗੁਰੂ ਦੇ ਜਾਪ ਤੇ ਮਨੁੱਖ ਤੁਰੇ, ਉਹ ਪਰਮਾਤਮਾ ਦੇ ਨਾਮ ਤੇ ਤੁਰੇ, ਤਾਂ ਜੋ ਉਹ ਪ੍ਰਸੰਨ ਹੋ ਸਕੇ। ਉਹ ਪ੍ਰਸੰਨ ਹੋਏਗਾ ਤੇ ਮਨੁੱਖ ਨੂੰ ਬਾਣੀ ਕਹਿੰਦੀ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਸਭ ਕੁਝ ਇਹਦੇ ਪਿੱਛੇ ਪਿੱਛੇ ਰਹੇਗਾ। ਪਰਮਾਤਮਾ ਇਹਦੇ ਤੇ ਕਿਰਪਾ ਕਰੇ। ਪ੍ਰਸੰਨ ਹੁੰਦਾ ਹੈ ਜਿਵੇਂ ਜਿਵੇਂ ਮਨੁੱਖ ਸੰਗਤ ਵਿੱਚ ਆਉਂਦਾ, ਇਹਦੇ ਅੰਦਰ ਭਾਵਨਾ ਪੈਦਾ ਹੁੰਦੀ ਹੈ, ਔਰ ਭਾਵਨਾ ਹੀ ਗਿਆਨ ਬਣ ਜਾਂਦੀ ਹੈ। ਭਾਵਨਾ ਹੀ ਮੁਕਤੀ ਦਵਾ ਦਿੰਦੀ ਹੈ। ਭਾਵਨਾ ਸੰਗਤ ਵਿੱਚ ਆ ਕੇ ਬਣਦੀ ਹੈ। ਇਸ ਕਰਕੇ ਰੋਜ਼ ਸੰਗਤ ਵਿੱਚ ਆ ਕੇ ਸਤਿਗੁਰੂ ਮਹਾਰਾਜ ਦੇ ਜਿਹੜੇ ਮਹਾਨ ਬੋਲ ਨੇ, ਜਿਨ੍ਹਾਂ ਦਾ ਥਾਂ ਹੀ ਕੋਈ ਨਹੀਂ, ਬੁੱਧੀ ਤੋਂ ਪਰੇ ਨੇ, ਪਰਾ ਪਸੰਤੀ ਮਧਮਾ ਬੈਖਰੀ, ਇਹਨਾਂ ਬਾਣੀਆਂ ਤੋਂ ਪਰਾ ਨਹੀਂ, ਐਸੇ ਬੋਲ ਸਤਿਗੁਰੂ ਮਹਾਰਾਜ ਦੇ ਜਿਹੜੇ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦੇ ਹਨ। ਐਸੇ ਬੋਲਾਂ ਨੂੰ ਸੁਣ ਕੇ ਆਪਣੀ ਜ਼ਿੰਦਗੀ ਨੂੰ ਮਨੁੱਖ ਸੌਖੀ ਕਰ ਸਕਦਾ ਹੈ, ਸ਼ਾਂਤਮਈ ਕਰ ਸਕਦਾ ਹੈ, ਆਨੰਦਮਈ ਕਰ ਸਕਦਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।